Hello students, now we will start our next topic number 8th of first lesson. ਅੱਜ ਜੋ ਆਪਾਂ ਟੌਪਿਕ ਕਰਨਾ ਉਹਦਾ ਨਾਮ ਹੈਗਾ ਡੈਪਰੀਸ਼ੀਏਸ਼ਨ ਜਾਂ ਪੰਜਾਬੀ ਦੇ ਵਿੱਚ ਉਹਨੂੰ ਬੋਲਿਆ ਜਾਂਦਾ ਘਿਸਾਵਟ। ਠੀਕ ਹੈ, ਇਨ ਜਨਰਲ ਵਰਡਸ ਆਪਾਂ ਨੂੰ ਪਤਾ ਕਿ ਡੈਪਰੀਸ਼ੀਏਸ਼ਨ ਜਾਂ ਘਿਸਾਵਟ ਕੀ ਹੁੰਦੀ ਆ। ਠੀਕ ਹੈ, ਜੋ ਵੀ ਆਪਾਂ ਮਸ਼ੀਨਾਂ ਚਲਾਉਂਦੇ ਆ, ਠੀਕ ਹੈ, ਉਹਨਾਂ ਦਾ ਪ੍ਰੋਡਕਸ਼ਨ ਕਰਦੇ ਆ। ਠੀਕ ਹੈ, ਜਦੋਂ ਮਸ਼ੀਨਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਤਾਂ ਉਹਨਾਂ ਦੇ ਵਿੱਚ ਕੀ ਹੈ, ਘਿਸਾਵਟ ਆ ਜਾਂਦੀ ਹੈ, ਉਹ ਘਸ ਜਾਂਦੀਆਂ। ਠੀਕ ਹੈ, ਘਿਸਾਵਟ ਆਉਣ ਦੇ ਨਾਲ ਕੀ ਆ, ਜਿਹੜੀ ਡੈਪਰੀਸ਼ੀਏਸ਼ਨ ਦੇ ਨਾਲ ਜਿਹੜੇ ਉਹ ਫਿਕਸਡ ਐਸੈਟਸ ਹੁੰਦੇ ਆ, ਮਤਲਬ ਮਸ਼ੀਨਾਂ ਵਗੈਰਾ ਹੁੰਦੀਆਂ, ਉਹਨਾਂ ਦੀ ਵੈਲਿਊ ਦੇ ਵਿੱਚ ਕਮੀ ਆ ਜਾਂਦੀ ਆ, ਉਹਨਾਂ ਦੀ ਕੀਮਤ ਆ ਘਟਣ ਲੱਗ ਜਾਂਦੀ ਆ। ਠੀਕ ਹੈ, ਉਹਨਾਂ ਨੂੰ ਹੀ ਡੈਪਰੀਸ਼ੀਏਸ਼ਨ ਬੋਲਿਆ ਜਾਂਦਾ। ਦੇਖੋ ਕੀ ਕਹਿੰਦੇ ਆ, ਡੈਪਰੀਸ਼ੀਏਸ਼ਨ ਇਜ਼ ਦਾ ਲਾਸ ਇਨ ਦਾ ਵੈਲਿਊ ਆਫ ਫਿਕਸਡ ਐਸੈਟਸ। ਠੀਕ ਹੈ, ਫਿਕਸਡ ਐਸੈਟਸ ਮਤਲਬ ਸਥਿਰ ਸੰਪਤੀਆਂ ਜਿਵੇਂ ਮਸ਼ੀਨਾਂ ਵਗੈਰਾ ਹੋ ਗਈਆਂ। ਠੀਕ ਹੈ, ਕਹਿੰਦੇ ਕੀ ਆ, ਜਦੋਂ ਫਿਕਸਡ ਐਸੈਟਸ ਦੇ ਜਿਹੜੀ ਵੈਲਿਊ ਆ ਉਹਦੇ ਮੁੱਲ ਦੇ ਵਿੱਚ ਲਾਸ ਆ ਜਾਂਦਾ। ਠੀਕ ਹੈ, ਮਤਲਬ ਕਮੀ ਆ ਜਾਂਦੀ ਹੈ ਤਾਂ ਉਹਨੂੰ ਕੀ ਬੋਲਿਆ ਜਾਂਦਾ, ਡੈਪਰੀਸ਼ੀਏਸ਼ਨ ਬੋਲਿਆ ਜਾਂਦਾ, ਘਿਸਾਵਟ ਬੋਲਿਆ ਜਾਂਦਾ। ਕਹਿੰਦੇ ਇਹ ਕਮੀ ਕਾਹਦੇ ਕਰਕੇ ਆਉਂਦੀ ਆ, ਇਹ ਲਾਸ ਕਾਹਦੇ ਕਰਕੇ ਆਉਂਦਾ। ਕਹਿੰਦੇ ਡਿਊ ਟੂ ਨਾਰਮਲ ਵੀਅਰ ਐਂਡ ਟੀਅਰ ਪੈਸੇਜ ਆਫ ਟਾਈਮ ਐਂਡ ਐਕਸਪੈਕਟਡ ਆਬਸੋਲੈਂਸਿਸ। ਠੀਕ ਹੈ, ਕੀ ਆ, ਕਹਿੰਦੇ ਨਾਰਮਲ ਵੀਅਰ ਐਂਡ ਟੀਅਰ ਕੀ ਆ, ਕਹਿੰਦੇ ਨਾਰਮਲ ਜਦੋਂ ਆਪਾਂ ਮਸ਼ੀਨਾਂ ਚਲਾਉਂਦੇ ਰਹਿੰਦੇ ਆ, ਲਗਾਤਾਰ ਚਲਾਉਂਦੇ ਰਹਿੰਦੇ ਆ ਤਾਂ ਉਹਦੇ ਵਿੱਚ ਕੀ ਆ, ਨਾਰਮਲ ਤੋੜ ਫੋੜ ਆ ਜਾਂਦੀ ਹੈ, ਟੁੱਟ ਭੱਜ ਹੋ ਜਾਂਦੀ ਹੈ। ਠੀਕ ਹੈ, ਕਹਿੰਦੇ ਫੋਰ ਐਗਜ਼ਾਮਪਲ ਜਿਵੇਂ ਬਾਈਕ ਆ ਜਾਂ ਮਸ਼ੀਨਸ ਆ, ਮਸ਼ੀਨਾਂ ਨੂੰ ਜਾਂ ਬਾਈਕ ਆ ਕੋਈ ਵੀ ਆਪਾਂ ਲਗਾਤਾਰ ਚਲਾਉਂਦੇ ਰਹਿੰਦੇ ਆ ਤਾਂ ਉਹਦੇ ਵਿੱਚ ਕੀ ਆ, ਨਾਰਮਲ ਵੀਅਰ ਐਂਡ ਟੀਅਰ ਆ ਜਾਂਦਾ। ਠੀਕ ਹੈ, ਤੋੜ ਫੋੜ ਦੇ ਨਾਲ ਕੀ ਆ, ਉਹਨਾਂ ਦਾ ਥੋੜਾ ਨੁਕਸਾਨ ਹੋ ਜਾਂਦਾ, ਉਹਨਾਂ ਦੀ ਵੈਲਿਊ ਦੇ ਵਿੱਚ ਲਾਸ ਆ ਜਾਂਦਾ। ਠੀਕ ਹੈ, ਇਹਨੂੰ ਵੀ ਕੀ ਕਿਹਾ ਜਾਂਦਾ, ਘਿਸਾਵਟ ਬੋਲਿਆ ਜਾਂਦਾ, ਡੈਪਰੀਸ਼ੀਏਸ਼ਨ ਬੋਲਿਆ ਜਾਂਦਾ। ਕਹਿੰਦੇ ਹੋਰ ਅਗਲਾ ਕਾਰਨ ਕੀ ਹੋ ਸਕਦਾ, ਵਿਦ ਦਾ ਪੈਸੇਜ ਆਫ ਟਾਈਮ। ਕਹਿੰਦੇ ਟਾਈਮ ਦੇ ਨਾਲ ਨਾਲ ਕੀ ਆ, ਉਹ ਵੈਲਿਊ ਆ ਜਿਹੜੀ ਫਿਕਸਡ ਐਸੈਟ ਆ, ਠੀਕ ਹੈ, ਉਹਨਾਂ ਦੀ ਵੈਲਿਊ ਵਿੱਚ ਲਾਸ ਆਉਣ ਲੱਗ ਜਾਂਦਾ। ਕਿਵੇਂ, ਕਹਿੰਦੇ ਜਦੋਂ ਆਪਾਂ ਲੈਪਟਾਪ ਲਿਆ ਸੀ, ਮੰਨ ਲਓ ਸਪੋਜ਼ ਕਰੋ ਕਿ ਲੈਪਟਾਪ ਦੀ ਕੀਮਤ ਜਦੋਂ ਲਿਆ ਸੀ ਤਾਂ ਉਦੋਂ ਉਹ 50,000 ਰੁਪਏ ਦਾ ਸੀ। ਠੀਕ ਹੈ, ਫਿਰ ਕੀ ਹੋ ਗਿਆ, ਕਹਿੰਦੇ ਜਿਹੜਾ ਉਹ ਲੈਪਟਾਪ ਹੌਲੀ ਹੌਲੀ ਟਾਈਮ ਦੇ ਨਾਲ, ਠੀਕ ਹੈ, ਜਿਵੇਂ ਜਿਵੇਂ ਟਾਈਮ ਵੱਧਦਾ ਗਿਆ ਤਾਂ ਉਹ ਲੈਪਟਾਪ ਦੀ ਕੀਮਤ ਕੀ ਆ, ਘਟਣੀ ਸ਼ੁਰੂ ਹੋ ਜਾਂਦੀ ਆ। ਉਹਨੂੰ ਕੀ ਬੋਲਦੇ ਆ ਕਿ ਉਹ ਕੀ ਹੋ ਗਿਆ, ਡੈਪਰੀਸ਼ੀਏਸ਼ਨ ਆ ਗਈ, ਉਹਦੀ ਫਿਕਸਡ ਐਸੈਟਸ ਮਤਲਬ ਉਸ ਚੀਜ਼ ਦੀ ਵੈਲਿਊ ਦੇ ਵਿੱਚ ਕਮੀ ਆ ਗਈ। ਕਲੀਅਰ। ਕਹਿੰਦੇ ਐਕਸਪੈਕਟਡ ਆਬਸੋਲੈਂਸ ਕੀ ਹੁੰਦਾ, ਆਬਸੋਲੈਂਸ ਦਾ ਮਤਲਬ ਹੁੰਦਾ ਪੁਰਾਣਾ ਪੈ ਜਾਣਾ। ਠੀਕ ਹੈ, ਜਦੋਂ ਕੋਈ ਚੀਜ਼ ਆ ਜਾਂ ਕੋਈ ਟੈਕਨੋਲੋਜੀ ਆ ਚੇਂਜ ਹੋ ਜਾਂਦੀ ਹੈ ਤਾਂ ਉਹ ਪੁਰਾਣੀ ਪੈ ਜਾਂਦੀ ਹੈ ਤਾਂ ਉਹਦੀ ਡਿਮਾਂਡ ਦੇ ਵਿੱਚ ਚੇਂਜ ਆਉਣ ਲੱਗ ਜਾਂਦਾ। ਠੀਕ ਹੈ, ਧਿਆਨ ਨਾਲ ਦੇਖੋ ਕਿ ਐਕਸਪੈਕਟਡ ਆਬਸੋਲੈਂਸਿਸ ਦਾ ਕੀ ਕਾਰਨ ਹੈ। ਕਹਿੰਦੇ ਜਦੋਂ ਕੋਈ ਵੀ ਚੇਂਜ ਇਨ ਟੈਕਨੋਲੋਜੀ, ਜਦੋਂ ਕੋਈ ਵੀ ਟੈਕਨੋਲੋਜੀ ਦੇ ਵਿੱਚ ਚੇਂਜ ਆਉਂਦਾ ਤਾਂ ਉਹਦੀ ਡਿਮਾਂਡ ਦੇ ਵਿੱਚ ਚੇਂਜ ਹੋਣ ਲੱਗ ਜਾਂਦਾ। ਠੀਕ ਹੈ, ਉਹਦੀ ਡਿਮਾਂਡ ਘਟਣ ਲੱਗ ਜਾਂਦੀ ਹੈ। ਠੀਕ ਹੈ, ਟੈਕਨੋਲੋਜੀ ਦੇ ਚੇਂਜ ਹੋਣ ਨਾਲ ਉਹਨੂੰ ਬੋਲਦੇ ਆ ਐਕਸਪੈਕਟਡ ਆਬਸੋਲੈਂਸ, ਜਿਹੜੇ ਕਾਰਨ ਕੀ ਆ, ਉਸ ਜਿਹੜੀ ਵਸਤੂ ਆ, ਉਹ ਜਿਹੜੀ ਮਸ਼ੀਨ ਆ, ਉਹ ਜਿਹੜਾ ਫਿਕਸਡ ਐਸੈਟ ਆ, ਉਹਦੀ ਕੀ ਹੋ ਜਾਂਦੀ ਹੈ, ਵੈਲਿਊ ਦੇ ਵਿੱਚ ਲਾਸ ਹੋ ਜਾਂਦਾ। ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਵੀ ਪਹਿਲਾਂ 3G ਨੈਟਵਰਕਿੰਗ ਚੱਲਦਾ ਸੀ, ਹੁਣ ਕੀ ਆ 4G। ਕਲੀਅਰ। ਕਹਿੰਦੇ ਜਦੋਂ 3G ਫੋਨ ਵਗੈਰਾ ਹੁੰਦੇ ਸੀ, ਮੰਨ ਲਓ ਉਹਨਾਂ ਦੀ ਕੀਮਤ ਘੱਟ ਤੋਂ ਘੱਟ ਜੇ ਆਪਾਂ ਕਹੀਏ ਵੀ 20,000 ਰੁਪਇਆ ਸੀ। ਠੀਕ ਹੈ, ਕਹਿੰਦੇ ਉਸ ਤੋਂ ਬਾਅਦ ਕੀ ਆ, 4G ਨੈਟਵਰਕਿੰਗ ਆਉਣ ਦੇ ਨਾਲ ਉਹਨਾਂ ਦੀ ਕੀਮਤ ਕੀ ਆ, ਬਹੁਤ ਜ਼ਿਆਦਾ ਘੱਟ ਗਈ, ਕਿਉਂਕਿ 4G ਨੈਟਵਰਕਿੰਗ ਕੀ ਆ, ਐਡਵਾਂਸ ਟੈਕਨੋਲੋਜੀ ਹੈ, ਲੋਕ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਆ। ਸੋ ਟੈਕਨੋਲੋਜੀ ਦੇ ਚੇਂਜ ਆਉਣ ਦੇ ਨਾਲ ਕੀ ਆ, ਡਿਮਾਂਡ ਦੇ ਵਿੱਚ ਚੇਂਜ ਆ ਗਿਆ। ਠੀਕ ਹੈ, ਇਹਨਾਂ ਦੀ ਜਿਹੜੇ 3G ਫੋਨਸ ਵਗੈਰਾ ਸੀ, 3G ਨੈਟਵਰਕਿੰਗ ਨਾਲ ਰਿਲੇਟ ਕਰਦੇ ਸੀ, ਉਹਨਾਂ ਦੀ ਡਿਮਾਂਡ ਘਟ ਗਈ ਤੇ ਕਿਹਨਾਂ ਦੀ ਡਿਮਾਂਡ ਵੱਧ ਗਈ, 4G ਵਾਲਿਆਂ ਦੀ। ਕਲੀਅਰ। ਜਾਂ ਇਸ ਤੋਂ ਬਿਨਾਂ ਆਪਾਂ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਬਲੈਕ ਐਂਡ ਵਾਈਟ ਟੀਵੀ ਸੀ। ਠੀਕ ਹੈ, ਪਹਿਲਾਂ ਇਹ ਚੱਲਦੇ ਸੀ, ਫਿਰ ਕੀ ਐਡਵਾਂਸਡ ਟੈਕਨੋਲੋਜੀ ਆ ਗਈ ਕਿ ਕਲਰ ਟੀਵੀ ਆਉਣ ਲੱਗ ਗਏ। ਸੋ ਇਹਨਾਂ ਦੀ ਕੀ ਆ, ਮਾਰਕੀਟ ਦੇ ਵਿੱਚ ਕਲਰ ਟੀਵੀ ਦਾ ਡਿਮਾਂਡ ਕੀ ਆ, ਜ਼ਿਆਦਾ ਵਧਣ ਲੱਗੀ। ਠੀਕ ਹੈ, ਇਹਨਾਂ ਦੀ ਡਿਮਾਂਡ ਘਟ ਗਈ ਤੇ ਇਹਨਾਂ ਦੀ ਡਿਮਾਂਡ ਕੀ ਹੈ, ਜ਼ਿਆਦਾ ਵਧਣ ਲੱਗੀ। ਠੀਕ ਹੈ, ਇਸ ਕਾਰਨ ਕੀ ਹੋਇਆ, ਬਲੈਕ ਐਂਡ ਵਾਈਟ ਜਿਹੜੇ ਐਸੈਟਸ ਸੀਗੇ, ਆਪਾਂ ਕਹਿ ਸਕਦੇ ਹਾਂ ਟੀਵੀ ਸੀਗੇ ਸੀ, ਠੀਕ ਹੈ, ਉਹਨਾਂ ਦੀ ਵੈਲਿਊ ਦੇ ਵਿੱਚ ਲਾਸ ਆਇਆ, ਜਿਹਨੂੰ ਕਿ ਡੈਪਰੀਸ਼ੀਏਸ਼ਨ ਦਾ ਹੀ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਅੱਗੇ ਦੇਖੋ, ਡੈਪਰੀਸ਼ੀਏਸ਼ਨ ਇਜ਼ ਆਲਸੋ ਨੋਨ ਐਜ਼ ਕਰੰਟ ਰੀਪਲੇਸਮੈਂਟ ਕਾਸਟ। ਕਹਿੰਦੇ ਡੈਪਰੀਸ਼ੀਏਸ਼ਨ ਜਿਹੜੀ ਘਿਸਾਵਟ ਆ, ਉਹਨਾਂ ਨੂੰ ਇਸ ਦੇ ਨਾਲ, ਡੈਪਰੀਸ਼ੀਏਸ਼ਨ ਦੇ ਨਾਲ ਨਾਲ ਹੋਰ ਵੀ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ। ਠੀਕ ਹੈ, ਫਸਟ ਕੀ ਆ, ਕਰੰਟ ਰੀਪਲੇਸਮੈਂਟ ਕਾਸਟ। ਸੈਕਿੰਡ ਕੀ ਆ, ਰੀਪਲੇਸਮੈਂਟ ਕਾਸਟ ਆਫ ਫਿਕਸਡ ਕੈਪੀਟਲ। ਜਾਂ ਫਿਰ ਥਰਡ ਵਨ ਇਜ਼ ਕੈਪੀਟਲ ਕੰਜ਼ੰਪਸ਼ਨ ਅਲਾਉੈਂਸ। ਠੀਕ ਹੈ, ਇਹ ਨਾਮ ਸਿਰਫ ਤੁਸੀਂ ਇੱਦਾਂ ਹੀ ਯਾਦ ਕਰਨੇ ਆ ਵੀ ਡੈਪਰੀਸ਼ੀਏਸ਼ਨ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਕਲੀਅਰ।
ਇਸ ਤੋਂ ਅੱਗੇ ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਵਟ ਇਜ਼ ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਇਜ਼ ਵਾਟ, ਕੀ ਕਹਿੰਦੇ, ਡੈਪਰੀਸ਼ੀਏਸ਼ਨ ਇਜ਼ ਦਾ ਰਿਡਕਸ਼ਨ ਇਨ ਵੈਲਿਊ ਆਫ ਫਿਕਸਡ ਐਸੈਟਸ। ਕਹਿੰਦੇ ਫਿਕਸਡ ਐਸੈਟਸ ਮਤਲਬ ਜਿਵੇਂ ਲੈਂਡ ਹੋ ਗਏ, ਮਸ਼ੀਨਸ ਹੋ ਗਈ, ਬਿਲਡਿੰਗਸ ਹੋ ਗਈਆਂ, ਕਹਿੰਦੇ ਇਹਨਾਂ ਦੀ ਵੈਲਿਊ ਦੇ ਵਿੱਚ, ਇਹਨਾਂ ਦੇ ਮੁੱਲ ਦੇ ਵਿੱਚ ਜੋ ਰਿਡਕਸ਼ਨ ਆਉਂਦੀ ਆ ਉਹਨਾਂ ਨੂੰ ਡੈਪਰੀਸ਼ੀਏਸ਼ਨ ਜਾਂ ਘਿਸਾਵਟ ਬੋਲਦੇ ਆ। ਕਲੀਅਰ। ਕਹਿੰਦੇ ਜਦੋਂ ਕਿਸੇ ਵੀ ਕੋਈ ਵੀ ਗੁੱਡ ਆ, ਕੋਈ ਵੀ ਵਸਤੂ ਆ, ਉਹਦੀ ਗ੍ਰੋਸ ਵੈਲਿਊ, ਉਹਦਾ ਕੁੱਲ ਮੁੱਲ ਕਿਵੇਂ ਨਿਰਧਾਰਿਤ ਕੀਤਾ ਜਾਂਦਾ, ਕਹਿੰਦੇ ਉਹਦੀ ਨੈਟ ਵੈਲਿਊ ਪਲੱਸ ਡੈਪਰੀਸ਼ੀਏਸ਼ਨ ਉਹਦੇ ਵਿੱਚ ਪਲੱਸ ਕੀਤੀ ਜਾਂਦੀ ਹੈ, ਤਾਂ ਉਸ ਵਸਤੂ ਦੀ ਕੀ ਆ, ਕੁੱਲ ਕੀਮਤ ਨੂੰ ਤੈਅ ਕੀਤਾ ਜਾਂਦਾ ਉਹਦੇ ਵਿੱਚ ਸ਼ੁੱਧ ਵੈਲਿਊ ਦੇ ਵਿੱਚ ਘਿਸਾਵਟ ਨੂੰ ਪਲੱਸ ਕਰਕੇ। ਕਲੀਅਰ। ਇਸ ਤੋਂ ਅਗਲਾ ਟੌਪਿਕ ਆ ਕਿ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕੀ ਹੁੰਦਾ। ਠੀਕ ਹੈ, ਘਿਸਾਈ ਰਿਜ਼ਰਵ ਫੰਡ ਬੋਲਿਆ ਜਾਂਦਾ। ਆਪਾਂ ਨੂੰ ਕੀ ਪਤਾ ਵੀ ਰਿਜ਼ਰਵ ਕਰਨਾ ਕੀ ਹੁੰਦਾ। ਰਿਜ਼ਰਵ ਕਰਨਾ ਮਤਲਬ ਰਾਖਵਾਂ ਰੱਖਣਾ, ਪਾਸੇ ਕੱਢ ਕੇ ਰੱਖ ਲੈਣਾ। ਠੀਕ ਹੈ, ਫੰਡ ਦਾ ਮਤਲਬ ਕੀ ਆ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ। ਕਲੀਅਰ। ਆਪਾਂ ਕੀ ਕਹਿ ਸਕਦੇ ਹਾਂ ਕਿ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕੀ ਹੁੰਦਾ। ਦੇਖੋ ਕਹਿੰਦੇ ਇਟ ਰੈਫਰਸ ਟੂ ਦਾ ਪ੍ਰੋਵੀਜ਼ਨ ਆਫ ਫੰਡਸ to be used for the replacement of worn out machines। worn out machines ਜਿਹੜੀਆਂ ਮਸ਼ੀਨਸ ਚੱਲਦੀਆਂ ਰਹਿੰਦੀਆਂ, ਠੀਕ ਹੈ, ਉਹਨਾਂ ਦੀ ਆਪਾਂ ਨੂੰ ਪਤਾ ਜਦੋਂ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਉਹਨਾਂ ਦੀ ਰੀਪਲੇਸਮੈਂਟ ਕਰਨੀ ਪੈਂਦੀ ਹੈ, ਉਹਨਾਂ ਦੀ ਰਿਪੇਅਰ ਕਰਨੀ ਪੈਂਦੀ ਹੈ। ਕਹਿੰਦੇ ਜਿਹੜਾ ਉਹਨਾਂ ਦੀ ਰਿਪੇਅਰ ਕਰਾਉਣ ਲਈ ਜਾਂ ਰੀਪਲੇਸਮੈਂਟ ਕਰਾਉਣ ਦੇ ਲਈ, ਠੀਕ ਹੈ, ਮਸ਼ੀਨਾਂ ਦੀ ਰੀਪਲੇਸਮੈਂਟ ਕਰਾਉਣ ਦੇ ਲਈ ਜੋ ਫੰਡ ਰਿਜ਼ਰਵ ਰੱਖਿਆ ਜਾਂਦਾ, ਜੋ ਪੈਸਾ ਪਾਸੇ ਕੱਢ ਕੇ ਰੱਖ ਲਿਆ ਜਾਂਦਾ ਵੀ ਇਹਨਾਂ ਪੈਸਿਆਂ ਦਾ ਕੀ ਆਪਾਂ ਇਹਨਾਂ ਦੀ ਰਿਜ਼ਰਵ, ਇਹਨਾਂ ਦੀ ਰਿਪੇਅਰ ਕਰਾਵਾਂਗੇ, ਸੋ ਉਹਨੂੰ ਹੀ ਕੀ ਬੋਲਦੇ ਆ, ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਬੋਲਦੇ ਆ। ਦੇਖੋ ਕੋਈ ਵੀ ਮਸ਼ੀਨ ਨੂੰ ਠੀਕ ਕਰਾਉਣ ਦੇ ਲਈ ਜੋ ਫੰਡ ਸਾਲ ਦੇ ਸ਼ੁਰੂ ਵਿੱਚ ਉਸ ਦੀ ਰੀਪਲੇਸਮੈਂਟ ਜਾਂ ਰਿਪੇਅਰ ਲਈ ਰੱਖਿਆ ਜਾਂਦਾ ਹੈ, ਉਸ ਨੂੰ ਕੀ ਬੋਲਿਆ ਜਾਂਦਾ, ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਬੋਲਿਆ ਜਾਂਦਾ। ਫੋਰ ਐਗਜ਼ਾਮਪਲ ਇੱਕ ਜਰਨਲ ਵਰਡਸ ਦੇ ਵਿੱਚ ਆਪਾਂ ਜੇ ਕਹੀਏ ਕਿ ਮੰਨ ਲਓ ਕੋਈ ਵੀ ਮਸ਼ੀਨ 1 ਲੱਖ ਰੁਪਏ ਦੀ ਸੀ, ਤਾਂ ਉਹਦੇ ਵਿੱਚੋਂ ਆਪਾਂ ਮੰਨ ਲਓ 20,000 ਰੁਪਇਆ ਕੀ ਹੈ 1 ਸਾਲ ਦੇ ਸ਼ੁਰੂ ਦੇ ਵਿੱਚ ਕੱਢ ਲਿਆ ਕਿ ਇਸ ਮਸ਼ੀਨ ਦੀ ਕੀ ਹੈ ਰਿਪੇਅਰ ਕਰਾਉਣ ਵਾਸਤੇ ਅਸੀਂ ਕੀ ਹੈ ਰਿਜ਼ਰਵ ਰੱਖਦੇ ਹਾਂ। ਸੋ ਉਹ 20,000 ਰੁਪਏ ਨੂੰ ਆਪਾਂ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕਹਿੰਦੇ ਆ। ਠੀਕ ਹੈ, ਜਾਂ ਇਸ ਤੋਂ ਬਿਨਾਂ ਆਪਾਂ ਜਿਹੜਾ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਆ ਉਹਨੂੰ ਕਿਵੇਂ ਫਾਰਮੂਲੇ ਦੇ ਰਾਹੀਂ ਕੱਢ ਸਕਦੇ ਹਾਂ। ਕਹਿੰਦੇ ਸਪੋਜ਼ ਕਰੋ ਕਿ ਕਿਸੇ ਵੀ ਮਸ਼ੀਨ ਦੀ ਵੈਲਿਊ 2 ਲੱਖ ਰੁਪਇਆ, ਠੀਕ ਹੈ, ਉਹਦੀ ਐਕਸਪੈਕਟਡ ਲਾਈਫ ਕਿੰਨੀ ਆ, 10 ਸਾਲ, ਮਤਲਬ 10 ਸਾਲ ਚੱਲਦੀ ਆ। ਠੀਕ ਹੈ, ਕੋਈ ਵੀ ਮਸ਼ੀਨ ਆ ਉਹਦੀ ਵੈਲਿਊ ਕੀ ਆ, 2 ਲੱਖ ਰੁਪਇਆ, ਠੀਕ ਹੈ, ਉਹ 10 ਸਾਲ ਚੱਲਦੀ ਆ। ਤਾਂ ਆਪਾਂ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕਿਵੇਂ ਕੱਢਾਂਗੇ, ਵੈਲਿਊ ਆਫ ਮਸ਼ੀਨਸ ਮਤਲਬ ਮਸ਼ੀਨ ਦਾ ਕਿੰਨਾ ਮੁੱਲ ਆ, ਮਤਲਬ 2 ਲੱਖ ਰੁਪਏ, ਐਕਸਪੈਕਟਡ ਲਾਈਫ ਕਿੰਨੀ ਆ, ਕਿੰਨੇ ਸਾਲ ਚੱਲਦੀ ਆ, ਉਹ 10 ਸਾਲ ਚੱਲਦੀ ਆ। ਹੁਣ ਜੇ ਆਪਾਂ ਪਰ ਈਅਰ ਉਹਦੀ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕੱਢਾਂਗੇ ਤਾਂ ਕਿਵੇਂ ਕੱਢਾਂਗੇ, 2 ਲੱਖ ਓਵਰ 10 ਸਾਲ ਜੋ ਚੱਲਦੀ ਹੈ। ਠੀਕ ਹੈ, ਪਰ ਈਅਰ ਉਹਨਾਂ ਦੀ ਜਿਹੜੀ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕੀ ਆ ਜਾਊਗਾ, 20,000 ਰੁਪਇਆ ਪਰ ਐਨਮ। ਠੀਕ ਹੈ, 20,000 ਰੁਪਇਆ ਕੀ ਹੈ ਇਹਦਾ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ, ਜੋ ਕਿ ਸਾਲ ਦੇ ਸ਼ੁਰੂ ਦੇ ਵਿੱਚ ਕੱਢਿਆ ਜਾਊਗਾ ਉਹਨਾਂ ਦੀ ਰਿਪੇਅਰ ਕਰਵਾਉਣ ਦੇ ਲਈ। ਕਲੀਅਰ। ਇਸ ਤੋਂ ਅਗਲਾ ਟੌਪਿਕ ਕੀ ਆ ਕਿ ਡਿਫਰੈਂਸ ਬਿਟਵੀਨ ਦਾ ਡੈਪਰੀਸ਼ੀਏਸ਼ਨ ਐਂਡ ਕੈਪੀਟਲ ਲਾਸ। ਆਪਾਂ ਡੈਪਰੀਸ਼ੀਏਸ਼ਨ ਬਾਰੇ ਪੜ੍ਹ ਚੁੱਕੇ ਹਾਂ ਕਿ ਡੈਪਰੀਸ਼ੀਏਸ਼ਨ ਕੀ ਹੈ, ਇਹ ਇੱਕ ਤਰ੍ਹਾਂ ਦਾ ਲਾਸ ਹੈ ਜੋ ਫਿਕਸਡ ਐਸਿਡਸ ਦੇ ਵਿੱਚ ਆ ਜਾਂਦਾ ਡਿਊ ਟੂ ਨਾਰਮਲ ਟੀਅਰ ਐਂਡ ਵੀਅਰ ਪੈਸੇਜ ਆਫ ਟਾਈਮ, ਠੀਕ ਹੈ, ਜਾਂ ਫਿਰ ਐਕਸਪੈਕਟਡ ਆਬਸੋਲੈਂਸਿਸ ਕਰਕੇ। ਸੋ ਇਸ ਤੋਂ ਅੱਗੇ ਕੀ ਕਹਿੰਦੇ ਆ, ਇਹ ਡੈਪਰੀਸ਼ੀਏਸ਼ਨ ਤੇ ਕੈਪੀਟਲ ਲਾਸ ਦੇ ਵਿੱਚ ਕੀ ਡਿਫਰੈਂਸ ਆ, ਕੀ ਅੰਤਰ ਆ। ਕੈਪੀਟਲ ਲਾਸ ਨੂੰ ਪੰਜਾਬੀ ਦੇ ਵਿੱਚ ਪੂੰਜੀਗਤ ਨੁਕਸਾਨ ਬੋਲਿਆ ਜਾਂਦਾ। ਠੀਕ ਹੈ, ਡੈਪਰੀਸ਼ੀਏਸ਼ਨ ਵੀ ਇੱਕ ਤਰ੍ਹਾਂ ਦਾ ਕੀ ਹੈ ਨੁਕਸਾਨ ਆ, ਤੇ ਪੂੰਜੀਗਤ ਨੁਕਸਾਨ ਜਿਹੜਾ ਕੈਪੀਟਲ ਲਾਸ ਵੀ ਇੱਕ ਤਰ੍ਹਾਂ ਦਾ ਨੁਕਸਾਨ ਆ, ਪਰ ਫਿਰ ਵੀ ਇਹਨਾਂ ਦੇ ਵਿੱਚ ਕੀ ਹੈ ਕੁਝ ਅੰਤਰ ਪਾਇਆ ਜਾਂਦਾ, ਡਿਫਰੈਂਸ ਪਾਇਆ ਜਾਂਦਾ। ਠੀਕ ਹੈ, ਆਪਾਂ ਨੂੰ ਡੈਪਰੀਸ਼ੀਏਸ਼ਨ ਦਾ ਮੀਨਿੰਗ ਕਲੀਅਰ ਹੈ, ਸੋ ਆਪਾਂ ਕਰਦੇ ਹਾਂ ਕਿ ਕੈਪੀਟਲ ਲਾਸ ਕੀ ਹੁੰਦਾ। ਕਹਿੰਦੇ ਔਨ ਦਾ ਅਦਰ ਹੈਂਡ ਕੈਪੀਟਲ ਲਾਸ ਇਜ਼ ਦਾ ਲਾਸ ਵਿਚ ਅਕਰਸ ਡਿਊ ਟੂ। ਕਹਿੰਦੇ ਕੈਪੀਟਲ ਲਾਸ ਇਸ ਤਰ੍ਹਾਂ ਦਾ ਲਾਸ ਹੈ ਜਿਹੜਾ ਕਾਹਦੇ ਕਰਕੇ ਆਉਂਦਾ, ਫਾਲ ਇਨ ਦਾ ਮਾਰਕੀਟ ਵੈਲਿਊ ਆਫ ਐਸੈਟਸ ਡਿਊਰਿੰਗ ਡਿਪਰੈਸ਼ਨ। ਕਹਿੰਦੇ ਜਦੋਂ ਆਪਣੀ ਮਾਰਕੀਟ ਦੇ ਵਿੱਚ ਆਪਾਂ ਨੂੰ ਪਤਾ ਵੀ ਟ੍ਰੇਡ ਸਾਈਕਲ ਚੱਲਦੇ ਆ ਆਪਣੀ ਇਕੋਨਮੀ ਦੇ ਵਿੱਚ। ਠੀਕ ਹੈ, ਕਦੇ ਆਪਣੀ ਇਕੋਨਮੀ ਦੇ ਵਿੱਚ ਬੂਮ ਲੈਵਲ ਆ ਜਾਂਦਾ, ਬੂਮ ਲੈਵਲ ਦਾ ਮਤਲਬ ਹੁੰਦਾ ਤੇਜ਼ੀ ਆ ਜਾਂਦੀ ਹੈ, ਕਦੇ ਆਪਣੀ ਇਕੋਨਮੀ ਦੇ ਵਿੱਚ ਕੀ ਆ ਮੰਦੀ ਆ ਜਾਂਦੀ ਹੈ, ਡਿਪਰੈਸ਼ਨ ਆ ਜਾਂਦਾ। ਆਪਾਂ ਨੂੰ ਪਤਾ ਜਦੋਂ ਆਪਣੀ ਇਕੋਨਮੀ ਦੇ ਵਿੱਚ ਡਿਪਰੈਸ਼ਨ ਆ ਜਾਂਦਾ ਤਾਂ ਉਹਦੇ ਨਾਲ ਕੀ ਆ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਜਾਂ ਕੋਈ ਵੀ ਸੰਪਤੀ ਹੁੰਦੀ ਆ ਉਹਨਾਂ ਦੇ ਪ੍ਰਾਈਸਿਸ ਕੀ ਆ ਘਟਣੇ ਸ਼ੁਰੂ ਹੋ ਜਾਂਦੇ ਆ। ਸੋ ਕਹਿੰਦੇ ਮਾਰਕੀਟ ਦੀ ਵੈਲਿਊ ਦੇ ਵਿੱਚ ਫਾਲ ਆ ਜਾਂਦਾ
ਡਿਊ ਟੂ ਕਿਹਦੇ ਕਰਕੇ, ਡਿਊਰਿੰਗ ਕਹਿੰਦੇ ਡਿਪਰੈਸ਼ਨ, ਮੰਦੀ ਕਰਕੇ ਜਿਹੜੀਆਂ ਮਸ਼ੀਨਾਂ ਵਗੈਰਾ, ਐਸੈਟਸ ਵਗੈਰਾ, ਉਹਨਾਂ ਦੀ ਜਿਹੜੀ ਵੈਲਿਊ ਆ ਉਹਦੇ ਵਿੱਚ ਫਾਲ ਆ ਜਾਂਦਾ, ਲਾਸ ਆ ਜਾਂਦਾ, ਤਾਂ ਉਹਨੂੰ ਕੀ ਬੋਲਦੇ ਆ, ਕੈਪੀਟਲ ਲਾਸ ਬੋਲਦੇ ਆ। ਜਾਂ ਕਹਿੰਦੇ ਇਹਦਾ ਦੂਸਰਾ ਕਾਰਨ ਕੀ ਹੋ ਸਕਦਾ, ਨੈਚੁਰਲ ਕਲੈਮਿਟੀਜ਼, ਮਤਲਬ ਕੁਦਰਤੀ ਆਫਤਾਂ, ਜਿਵੇਂ ਕਿ ਅੱਗ ਲੱਗ ਜਾਂਦੀ ਹੈ, ਠੀਕ ਹੈ, ਅੱਗ ਲੱਗਣ ਦੇ ਨਾਲ ਮਸ਼ੀਨਾਂ ਵਗੈਰਾ ਪੂਰੀ ਤਰ੍ਹਾਂ ਕੀ ਆ ਖਰਾਬ ਹੋ ਜਾਂਦੀਆਂ, ਫਲੱਡ ਵਗੈਰਾ, ਹੜ੍ਹ ਵਗੈਰਾ ਆ ਜਾਂਦੇ ਆ, ਜਿਹਦੇ ਵਿੱਚ ਕੀ ਆ ਮਸ਼ੀਨਾਂ ਵਗੈਰਾ ਖਤਮ ਹੋ ਜਾਂਦੀਆਂ, ਠੀਕ ਹੈ, ਇਹਨੂੰ ਕੀ ਬੋਲਦੇ ਆ, ਕੈਪੀਟਲ ਲਾਸ ਬੋਲਦੇ ਆ। ਕਲੀਅਰ। ਹੁਣ ਇਸ ਤੋਂ ਅੱਗੇ ਕੀ ਆ, ਡੈਪਰੀਸ਼ੀਏਸ਼ਨ ਤੇ ਕੈਪੀਟਲ ਲਾਸ ਦੇ ਵਿੱਚ ਕੀ ਡਿਫਰੈਂਸ ਆ, ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਡੈਪਰੀਸ਼ੀਏਸ਼ਨ ਕੀ ਆ, ਘਿਸਾਵਟ ਕੀ ਆ, ਠੀਕ ਹੈ, ਜਦੋਂ ਕੋਈ ਆ ਨਾਰਮਲ ਵੀਅਰ ਐਂਡ ਟੀਅਰ ਕਰਕੇ, ਐਕਸਪੈਕਟਡ ਐਬਸੋਲੈਂਸਿਸ ਕਰਕੇ, ਪੈਸੇਜ ਆਫ ਟਾਈਮ ਕਰਕੇ, ਠੀਕ ਹੈ, ਜਦੋਂ ਕੋਈ ਵੀ ਮਸ਼ੀਨਾਂ ਉਹਨਾਂ ਦੀ ਵੈਲਿਊ ਦੇ ਵਿੱਚ ਫਾਲ ਆ ਜਾਂਦਾ ਤੇ ਉਹਨੂੰ ਡੈਪਰੀਸ਼ੀਏਸ਼ਨ ਬੋਲਦੇ ਆ। ਦੂਜੇ ਪਾਸੇ ਕੈਪੀਟਲ ਲਾਸ ਕੀ ਆ, ਕਹਿੰਦੇ ਪੂੰਜੀਗਤ ਨੁਕਸਾਨ ਹੁੰਦਾ, ਜਿਵੇਂ ਕਿ ਨੈਚੁਰਲ ਕਲਾਮਿਟੀਜ਼ ਕਰਕੇ, ਠੀਕ ਹੈ, ਜਾਂ ਡਿਪਰੈਸ਼ਨ ਆ ਜਾਂਦਾ, ਇਕੋਨਮੀ ਦੇ ਵਿੱਚ ਮੰਦੀ ਆ ਜਾਂਦੀ ਹੈ, ਜਾਂ ਐਕਸੀਡੈਂਟ ਹੋ ਜਾਂਦੇ ਆ, ਜਾਂ ਫਿਰ ਉੱਥੇ ਚੋਰੀ ਵਗੈਰਾ ਹੋ ਜਾਂਦੀ ਹੈ, ਫਲੱਡ ਵਗੈਰਾ ਹੋ ਜਾਂਦੇ ਆ, ਕਹਿੰਦੇ ਇਹੋ ਜਿਹੇ ਨੁਕਸਾਨ ਨੂੰ ਕੈਪੀਟਲ ਲਾਸ ਕਿਹਾ ਜਾਂਦਾ। ਕਹਿੰਦੇ ਜਿਹੜੀ ਡੈਪਰੀਸ਼ੀਏਸ਼ਨ ਡਜ਼ ਨਾਟ ਹੈਂਪਰ ਦਾ ਪ੍ਰੋਡਕਸ਼ਨ ਪ੍ਰੋਸੈਸ, ਠੀਕ ਹੈ, ਜਿਹੜਾ ਘਿਸਾਵਟ ਦੇ ਨਾਲ ਜਿਹੜੀ ਪ੍ਰੋਡਕਸ਼ਨ ਚੱਲ ਰਹੀ ਹੁੰਦੀ ਹੈ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਰੁਕਾਵਟ ਕਿਉਂ ਨਹੀਂ ਆਉਂਦੀ, ਆਪਾਂ ਨੂੰ ਪਤਾ ਵੀ ਮਸ਼ੀਨਾਂ ਲਗਾਤਾਰ ਚੱਲਦੀਆਂ ਰਹਿੰਦੀਆਂ, ਠੀਕ ਹੈ, ਉਹ ਕੀ ਆ, ਉਹਨਾਂ ਦੀ ਰਿਪੇਅਰ ਹੋ ਸਕਦੀ ਹੈ, ਮਤਲਬ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਰੁਕਦੀ। ਪਰ ਕੈਪੀਟਲ ਲਾਸ ਹੋਣ ਕਰਕੇ ਕਹਿੰਦੇ ਜਦੋਂ ਚੋਰੀ ਵਗੈਰਾ ਆ ਜਾਂਦੀ ਹੈ, ਹੜ੍ਹ ਵਗੈਰਾ ਲੱਗ ਜਾਂਦੇ ਆ, ਤੇ ਜਾਂ ਫਿਰ ਫਾਇਰ ਵਗੈਰਾ ਹੋ ਜਾਂਦੀ ਹੈ, ਮਤਲਬ ਅੱਗ ਵਗੈਰਾ ਲੱਗ ਜਾਂਦੀ ਹੈ, ਠੀਕ ਹੈ, ਉਹਦੇ ਨਾਲ ਕੀ ਆ, ਪ੍ਰੋਡਕਸ਼ਨ ਪ੍ਰੋਸੈਸ ਕੀ ਆ, ਰੁਕ ਜਾਂਦਾ, ਉਹਦੇ ਵਿੱਚ ਨੁਕਸਾਨ ਹੁੰਦਾ, ਠੀਕ ਹੈ, ਸੋ ਉਹਨੂੰ ਕੈਪੀਟਲ ਲਾਸ ਦੇ ਅੰਡਰ ਰੱਖਿਆ ਜਾਂਦਾ। ਹੁਣ ਦੇਖੋ ਆਪਾਂ ਪੜ੍ਹਿਆ ਸੀ ਕਿ ਡੈਪਰੀਸ਼ੀਏਸ਼ਨ ਦੇ ਲਈ ਕੀ ਆ, ਰਿਜ਼ਰਵ ਫੰਡ ਕੱਢਿਆ ਜਾਂਦਾ, ਠੀਕ ਹੈ, ਉਹਦੀ ਪ੍ਰੋਵੀਜ਼ਨ ਕਰਨ ਦੇ ਲਈ, ਠੀਕ ਹੈ, ਆਪਾਂ ਨੂੰ ਪਤਾ ਹੁੰਦਾ ਉਹ ਕੀ ਆ, ਐਕਸਪੈਕਟਡ ਲਾਸ ਆ, ਵੀ ਆਪਾਂ ਨੂੰ ਜਦੋਂ ਮਸ਼ੀਨ ਚਲਾਵਾਂਗੇ ਤਾਂ ਲਾਸ ਹੋਊਗਾ, ਠੀਕ ਹੈ, ਉਹਦੀ ਕੀ ਆ, ਘਿਸਾਵਟ ਆਊਗੀ ਉਹਦੇ ਵਿੱਚ, ਸੋ ਆਪਾਂ ਪਹਿਲਾਂ ਹੀ ਕੀ ਆ, ਫੰਡ ਕੱਢ ਕੇ ਰੱਖ ਲੈ ਸਕਦੇ ਹਾਂ। ਪਰ ਕੀ ਹੈ, ਕੈਪੀਟਲ ਲਾਸ ਦੇ ਵਿੱਚ ਆਪਾਂ ਨੂੰ ਜਿਹੜਾ ਨੁਕਸਾਨ ਹੋਣਾ ਹੁੰਦਾ ਉਹ ਅਨਐਕਸਪੈਕਟਡ ਆ, ਆਪਾਂ ਨੂੰ ਨਹੀਂ ਪਤਾ ਵੀ ਅੱਗੇ ਜਾ ਕੇ ਕੀ ਆ, ਇਕੋਨਮੀ ਦੇ ਵਿੱਚ ਡਿਪਰੈਸ਼ਨ ਆਊਗਾ, ਆਪਾਂ ਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਕਿਹੜਾ ਨੁਕਸਾਨ ਹੋਣਾ, ਠੀਕ ਹੈ, ਅੱਗ ਲੱਗ ਜਾਣੀ ਹੈ ਜਾਂ ਚੋਰੀ ਹੋ ਜਾਣੀ ਹੈ, ਸੋ ਆਪਾਂ ਉਹਨਾਂ ਦੇ ਲਈ ਕੋਈ ਵੀ ਪ੍ਰੋਵੀਜ਼ਨ ਨਹੀਂ ਕੱਢਦੇ, ਠੀਕ ਹੈ, ਕੋਈ ਵੀ ਪੈਸਾ ਨਹੀਂ ਕੱਢਦੇ। ਸੋ ਕੀ ਆ, ਉਹਦੇ ਲਈ ਜੋ ਮਸ਼ੀਨਾਂ ਦਾ ਕਹਿੰਦੇ ਜਿਹੜੀ ਫਿਕਸਡ ਐਸੈਟਸ ਹੁੰਦੇ ਆ, ਜੇ ਉਹਨਾਂ ਦਾ ਇੰਸ਼ੋਰੈਂਸ ਹੋਇਆ ਤਾਂ ਉਹੀ ਸਿਰਫ ਉਹਦੀ ਰਿਕਵਰੀ ਕਰਦਾ, ਅਦਰਵਾਈਜ਼ ਨਹੀਂ, ਠੀਕ ਹੈ। ਡੈਪਰੀਸ਼ੀਏਸ਼ਨ ਨੂੰ ਕੀ ਆ, ਜਦੋਂ ਨੈਸ਼ਨਲ ਇਨਕਮ ਕਾਊਂਟ ਕਰਦੇ ਆ ਤਾਂ ਉਹਦੇ ਵਿੱਚੋਂ ਮਾਈਨਸ ਕਰ ਦਿੱਤਾ ਜਾਂਦਾ, ਪਰ ਜਿਹੜਾ ਕੈਪੀਟਲ ਲਾਸ ਆ ਉਹ ਆਪਾਂ ਨੂੰ ਲਾਸ ਪਤਾ ਨਹੀਂ ਹੈਗਾ ਵੀ ਕਿੰਨਾ ਹੋ ਜਾਣਾ, ਸੋ ਉਹਦਾ ਕੋਈ ਵੀ ਐਸਟੀਮੇਟ ਨਹੀਂ ਲਗਾਇਆ ਜਾਂਦਾ, ਉਹਨੂੰ ਕੀ ਆ, ਜਿਹੜੀ ਨੈਸ਼ਨਲ ਇਨਕਮ ਦੇ ਐਸਟੀਮੇਟ ਦੇ ਵਿੱਚ ਨਹੀਂ ਲਿਆ ਜਾਂਦਾ, ਠੀਕ ਹੈ। ਇਸ ਤੋਂ ਅੱਗੇ ਲਾਸਟ ਵਾਲਾ ਟੌਪਿਕ ਆਪਣਾ ਇਸੇ ਚੈਪਟਰ ਦਾ ਕੀ ਆ ਕਿ ਡੈਪਰੀਸ਼ੀਏਸ਼ਨ ਤੇ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਕੀ ਹੁੰਦਾ। ਆਪਾਂ ਨੂੰ ਕੀ ਪਤਾ ਡੈਪਰੀਸ਼ੀਏਸ਼ਨ ਕੀ ਆ, ਐਸੈਟ ਦੀ ਵੈਲਿਊ ਦੇ ਵਿੱਚ ਲਾਸ ਹੋ ਜਾਣਾ, ਤੇ ਜਿਹੜੀ ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਆ ਕੀ ਆ, ਜਦੋਂ ਉਹਨਾਂ ਦੀ ਕੀ ਆ ਸਮੇਂ ਦੇ ਨਾਲ ਨਾਲ ਕੀ ਆ, ਉਹਨਾਂ ਮਸ਼ੀਨਾਂ ਦੀ ਕੀ ਆ ਰੀਪਲੇਸਮੈਂਟ ਕਰਨੀ ਪੈਂਦੀ ਆ, ਰਿਪੇਅਰ ਕਰਨੀ ਪੈਂਦੀ ਹੈ, ਕਹਿੰਦੇ ਜੋ ਵੀ ਫੰਡ ਉਹਦੇ ਲਈ ਰੱਖਿਆ ਜਾਂਦਾ ਉਹਨੂੰ ਰਿਜ਼ਰਵ ਫੰਡ ਬੋਲਦੇ ਆ, ਡੈਪਰੀਸ਼ੀਏਸ਼ਨ ਰਿਜ਼ਰਵ ਫੰਡ ਬੋਲਦੇ ਆ। ਕਲੀਅਰ। ਇੱਥੇ ਹੀ ਆਪਣਾ ਇਹ ਟੌਪਿਕ, ਇਹ ਆਪਣਾ ਸਾਰਾ ਚੈਪਟਰ ਫਿਨਿਸ਼ ਹੋ ਜਾਂਦਾ। ਸੋ ਥੈਂਕ ਯੂ ਸਟੂਡੈਂਟਸ।